ਸਿੱਧੂ ਸਟੱਡੀ ਪੁਆਇੰਟ 'ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਅੱਜ ਨਿਸ਼ਠਾ ਮੋਡਿਊਲ 9 ਦਾ ਬੁਨਿਆਦੀ ਸੰਖਿਆ ਦੇ ਪੰਜਾਬੀ ਕੁਇਜ਼ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, ਸ਼ੁਰੂਆਤੀ ਪੜਾਵਾਂ ਵਿੱਚ ਗਣਿਤ ਸਿੱਖਣ ਵੇਲੇ ਬੱਚੇ ਤੋਂ ਡੈਸ਼ ਉਮੀਦ ਨਹੀਂ ਕੀਤੀ ਜਾਂਦੀ। ਸਹੀ ਉੱਤਰ ਹੈ ਗਣਿਤ ਤਕਨੀਕਾਂ ਲਈ ਧਾਰਨਾਵਾਂ ਸਿੱਖਣ ਦੀ। ਵਸਤੂਆਂ ਨੂੰ ਸ਼੍ਰੇਣੀਬੱਧ ਕਰਨ ਲਈ ਜ਼ਰੂਰੀ ਲੋੜ ਕੀ ਹੈ? ਸਹੀ ਉੱਤਰ ਹੈ ਵਸਤੂਆਂ ਦੀ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੁਆਰਾ ਪਛਾਣ ਕਰਨਾ। ਅਗਲਾ ਪ੍ਰਸ਼ਨ, ਹੇਠਾਂ ਦਿੱਤਿਆਂ ਵਿੱਚੋਂ ਕਿਸ ਵਿੱਚ ਇੱਕ ਨਾਲ ਇੱਕ ਜੋੜਨਾ ਸ਼ਾਮਲ ਨਹੀਂ ਹੈ? ਸਹੀ ਉੱਤਰ ਹੈ ਇਕੱਠੇ ਕਰਨਾ। ਅਗਲਾ ਪ੍ਰਸ਼ਨ, ਪ੍ਰਾਥਮਿਕ ਸਕੂਲ ਅਧਿਆਪਕਾਂ ਨੂੰ ਹੇਠਾਂ ਦਿੱਤਿਆਂ ਵਿੱਚੋਂ ਕਿਸ ਤੋਂ ਬਚਣਾ ਚਾਹੀਦਾ ਹੈ? ਸਹੀ ਉੱਤਰ ਹੈ ਬੱਚਿਆਂ ਨੂੰ ਅੰਕਾਂ ਦੀ ਸਮਝ ਤੋਂ ਪਹਿਲਾਂ ਅੰਕਾਂ ਨੂੰ ਲਿਖਣ ਲਈ ਕਹਿਣਾ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਅੰਕੜਾ ਵਿਗਿਆਨ ਦਾ ਹਿੱਸਾ ਨਹੀਂ ਹੈ? ਸਹੀ ਉੱਤਰ ਹੈ ਤੀਸਰਾ, ਅੰਕੜਿਆਂ ਨੂੰ ਤਿਆਰ ਕਰਨਾ। ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਬੁਨਿਆਦੀ ਪੱਧਰ 'ਤੇ ਆਕ੍ਰਿਤੀਆਂ ਨੂੰ ਸਿਖਾਉਣ ਲਈ ਸਭ ਤੋਂ ਢੁਕਵੀਂ ਰਣਨੀਤੀ ਹੈ? ਸਹੀ ਉੱਤਰ ਹੈ ਬੱਚਿਆਂ ਨੂੰ ਆਕ੍ਰਿਤੀਆਂ ਦੀ ਅਨੁਭਵੀ ਸਮਝ ਵਿਕਸਿਤ ਕਰਨ ਦੇ ਭਰਪੂਰ ਮੌਕੇ ਦਿੱਤੇ ਜਾਣ। ਅਗਲਾ ਪ੍ਰਸ਼ਨ, ਸਬਟਾਈਜ਼ਿੰਗ ਕੀ ਹੈ? ਸਹੀ ਉੱਤਰ ਹੈ ਚੌਥਾ, ਵਸਤੂਆਂ ਨੂੰ ਕੇਵਲ ਦੇਖ ਗਿਣਤੀ ਕੀਤੇ ਬਿਨਾਂ ਉਹਨਾਂ ਦੀ ਪਛਾਣ ਕਰਨ ਦੀ ਯੋਗਤਾ। ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਬੁਨਿਆਦੀ ਸੰਖਿਆ ਗਿਆਨ ਦੇ ਹੁਨਰ ਨੂੰ ਵਧਾਉਣ ਲਈ ਪੜ੍ਹਾਉਣ ਦੇ ਤਰੀਕੇ ਦੀ ਪ੍ਰਕਿਰਿਆ ਨਹੀਂ ਹੈ? ਸਹੀ ਉੱਤਰ ਹੈ ਚੌਥਾ, ਅਭਿਆਸ ਲਈ ਬਹੁਤ ਸਾਰੇ ਪ੍ਰਸ਼ਨ ਦੇਣਾ। ਇਹਨਾਂ ਵਿੱਚੋਂ ਕਿਹੜਾ ਪ੍ਰਾਥਮਿਕ ਨੰਬਰ ਹੁਨਰ ਨਹੀਂ ਹੈ? ਸਹੀ ਉੱਤਰ ਹੈ ਪਹਿਲਾ, ਸੰਖਿਆਵਾਂ ਬਾਰੇ ਜਾਣਨਾ। ਅਗਲਾ ਪ੍ਰਸ਼ਨ, ਮਿਣਤੀ ਨੂੰ ਸਿਖਾਉਣ ਲਈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਤਰੀਕਾ ਨਹੀਂ ਹੋਣਾ ਚਾਹੀਦਾ? ਅਧਿਆਪਕ ਦੁਆਰਾ ਮਿਣਤੀ ਦੀਆਂ ਮਿਆਰੀ ਇਕਾਈਆਂ ਅਤੇ ਉਹਨਾਂ ਨੂੰ ਬਦਲਣ। ਪਹਿਲੇ ਸਹੀ ਹੈ। ਅਗਲਾ ਪ੍ਰਸ਼ਨ, ਆਮ ਤੌਰ 'ਤੇ ਕਿਸੇ ਸਮੂਹ ਜਿਸ ਵਿੱਚ 4 ਜਾਂ 5 ਚੀਜ਼ਾਂ ਹੁੰਦੀਆਂ ਹਨ ਉਸ ਨੂੰ ਬਿਨਾਂ ਗਿਣੇ ਉਸ ਦੀ ਸੰਖਿਆ ਨੂੰ ਤੁਰੰਤ ਸਮਝਣ ਦੀ ਯੋਗਤਾ ਡੈਸ਼ ਕਿਹਾ ਜਾਂਦਾ ਹੈ। ਸਹੀ ਉੱਤਰ ਹੈ ਚੌਥਾ, ਸਬਟਾਈਜੇਸ਼ਨ। ਅਗਲਾ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜਾ ਬੁਨਿਆਦੀ ਸੰਖਿਆ ਗਿਆਨ ਦਾ ਹਿੱਸਾ ਨਹੀਂ ਹੈ? ਚੌਥਾ ਸਹੀ ਹੈ, ਅੰਕਾਂ ਦੇ ਨਾਵਾਂ ਨੂੰ ਯਾਦ ਕਰਨਾ। ਅਗਲਾ ਪ੍ਰਸ਼ਨ, ਬੱਚੇ ਨੂੰ ਆਕ੍ਰਿਤੀਆਂ ਅਤੇ ਆਲੇ ਦੁਆਲੇ ਦੀ ਸਮਝ ਨਹੀਂ ਹੈ, ਇਹ ਕਦੋਂ ਕਿਹਾ ਜਾਂਦਾ ਹੈ? ਜਦੋਂ ਬੱਚਾ ਡੈਸ਼। ਸਹੀ ਉੱਤਰ ਹੈ ਚੌਥਾ, ਬਿਨਾਂ ਸਮਝੇ ਘਣ, ਘਣਾਕਾਰ, ਚੱਕਰ ਆਦਿ ਆਕ੍ਰਿਤੀਆਂ ਦੇ ਨਾਮ ਦਾ ਰੱਟਾ ਲਾਉਂਦਾ ਹੈ। ਅਗਲਾ ਪ੍ਰਸ਼ਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਦੂਸਰਾ, ਸਾਰੇ ਐਤਕਾਰ ਵਰਗ ਹਨ। ਅਗਲਾ ਪ੍ਰਸ਼ਨ, ਵਸਤੂਆਂ ਨੂੰ ਮਿਲਾਉਣ ਜਾਂ ਇਕੱਠੇ ਕਰਨ ਦੀਆਂ ਗਤੀਵਿਧੀਆਂ ਕਿਹੜੇ ਪ੍ਰਾਥਮਿਕ ਅੰਗ ਹੁਨਰ ਵਿਕਸਿਤ ਕਰਨ ਵਿੱਚ ਸਹਾਇਤਾ ਕਰਨਗੀਆਂ? ਸਹੀ ਉੱਤਰ ਹੈ ਤੀਸਰਾ, ਇੱਕ ਨਾਲ ਇੱਕ ਜੋੜਨਾ। ਸ਼ੁਰੂਆਤੀ ਸਾਲਾਂ ਵਿੱਚ ਬੱਚੇ ਨੂੰ ਸੰਖਿਆ ਗਿਆਨ ਵਿੱਚ ਮਾਹਰ ਬਣਾਉਣ ਲਈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਉਦੇਸ਼ ਨਹੀਂ ਹੈ? ਚੌਥਾ, ਇਹ ਉਹਨਾਂ ਨੂੰ ਫਟਾਫਟ ਨਾਲ ਹਿਸਾਬ ਕਿਤਾਬ ਕਰਨ ਵਿੱਚ ਮਦਦ ਕਰਦਾ ਹੈ। ਅਗਲਾ ਪ੍ਰਸ਼ਨ, ਬੱਚੇ ਨੂੰ ਅੰਕਾਂ ਨੂੰ ਸਿੱਖਣ ਤੋਂ ਪਹਿਲਾਂ ਵਸਤੂਆਂ ਨੂੰ ਲੜੀਬੱਧ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ ਕਿਉਂਕਿ ਲੜੀਵਾਰਤਾ ਡੈਸ਼ ਹੈ। ਪਹਿਲੇ ਸਹੀ ਹੈ, ਆਰਡੀਨੇਸ਼ਨ ਜਾਂ ਕ੍ਰਮ ਵਿੱਚ ਅੰਕਾਂ ਨੂੰ ਲਗਾਉਣ ਨਾਲ ਸੰਬੰਧਿਤ। ਅਗਲਾ ਪ੍ਰਸ਼ਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਇੱਕ ਦੂਜੇ ਦੇ ਪੂਰਕ ਨਹੀਂ ਹਨ? ਇਸ ਦਾ ਚੌਥਾ ਸਹੀ ਹੈ, ਪਰ ਇੱਥੇ ਆਪਸ਼ਨ ਇਹ ਸਹੀ ਨਹੀਂ ਲੱਗ ਰਹੀ ਕਿਉਂਕਿ ਉੱਪਰ ਵੀ ਜੋੜ ਅਤੇ ਘਟਾਊ ਹੈ, ਸਭ ਤੋਂ ਨੀਚੇ ਘਟਾਊ ਅਤੇ ਜੋੜ, ਅਤੇ ਇੱਥੇ ਆਪਸ਼ਨ ਹੋਰ ਹੈ ਕੋਈ, ਇਸ ਲਈ ਚਲੋ ਇਸਦਾ ਇਹੀ ਕਰਨਾ ਹੈ। ਦੇਖਦੇ ਹਾਂ ਲਾਸਟ ਦੇ ਵਿੱਚ ਕਿੰਨੇ ਨੰਬਰ ਆਉਂਦੇ ਹਨ। ਅਗਲਾ ਪ੍ਰਸ਼ਨ, ਡੈਸ਼ ਅੰਕਾਂ ਦੀ ਵਰਤੋਂ ਕਿਸੇ ਵਸਤੂ ਦੀ ਸਥਿਤੀ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਕਿਸੇ ਖਾਸ ਕ੍ਰਮ ਵਿੱਚ ਰੱਖਿਆ ਜਾਂਦਾ ਹੈ। ਸਹੀ ਉੱਤਰ ਦੂਸਰਾ ਹੈ, ਕ੍ਰਮ ਸੂਚਕ। ਅਗਲਾ ਪ੍ਰਸ਼ਨ, ਉਹਨਾਂ ਚੀਜ਼ਾਂ ਨੂੰ ਇਕੱਠੇ ਕਰਨਾ ਜਿਨ੍ਹਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ ਡੈਸ਼ ਦੀ ਕੁਸ਼ਲਤਾ ਨੂੰ ਵਧਾਉਂਦੀ ਹੈ। ਦੂਸਰਾ ਸਹੀ ਹੈ, ਸ਼੍ਰੇਣੀਬੱਧਤਾ। ਅਗਲਾ ਪ੍ਰਸ਼ਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਮੁਲਾਂਕਣ ਦਾ ਸਹੀ ਤਰੀਕਾ ਨਹੀਂ ਹੈ? ਦੂਸਰਾ, ਯਾਦ ਕੀਤੇ ਹੋਏ 'ਤੇ ਆਧਾਰਿਤ ਪ੍ਰੀਖਿਆ। ਅਗਲਾ ਪ੍ਰਸ਼ਨ, ਗੁਣਾਂ ਨੂੰ ਸਿੱਖਣ ਸਮਝਣ ਵਿੱਚ ਉਚਿਤ ਕ੍ਰਮ ਕੀ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਦੂਸਰਾ, ਗੁਣਾਂ ਦੇ ਅਰਥ ਨੂੰ ਸਮਝਣਾ। ਫਿਰ ਚੌਥਾ, ਗੁਣਾਂ ਦੀ ਭਾਸ਼ਾ ਨੂੰ ਸਮਝਣਾ ਅਤੇ ਵਰਤਣਾ। ਫਿਰ ਪਹਿਲਾ, ਜੋੜ ਦੇ ਸੰਬੰਧ ਵਿੱਚ ਗੁਣਾਂ ਦੇ ਵਿਤਰਕ ਕਾਨੂੰਨ ਨੂੰ ਲਾਗੂ ਕਰਨਾ। ਅਤੇ ਫਿਰ ਤੀਸਰਾ, ਗੁਣਾਂ ਦਾ ਐਲਗੋਰਿਦਮ ਸਿੱਖਣਾ। 2 4 1 3 ਚੌਥਾ ਸਹੀ ਹੈ। ਅਗਲਾ ਪ੍ਰਸ਼ਨ, ਇੱਕ ਨਾਲ ਇੱਕ ਜੋੜਨ ਦੀ ਸਮਝ ਵਿਕਸਿਤ ਕਰਨ ਲਈ ਬੱਚੇ ਨੂੰ ਡੈਸ਼ ਦਾ ਮਤਲਬ ਸਮਝਣ ਦੀ ਲੋੜ ਨਹੀਂ ਹੁੰਦੀ। ਸਹੀ ਉੱਤਰ ਚੌਥਾ, ਸੰਖਿਆ।
ਅਗਲਾ ਪ੍ਰਸ਼ਨ ਸੰਖਿਆਵਾਂ ਕੀ ਹਨ? ਦੂਸਰਾ ਸਹੀ ਹੈ ਅੰਕਾਂ ਲਈ ਚਿੰਨ੍ਹ। ਅਗਲਾ ਪ੍ਰਸ਼ਨ ਡੈਸ਼ ਅੰਕਾਂ ਦੀ ਵਰਤੋਂ ਵਸਤੂਆਂ ਦੇ ਸਮੂਹ ਦੇ ਆਕਾਰ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ। ਤੀਸਰਾ ਸਹੀ ਹੈ ਬੁਨਿਆਦੀ ਅੰਕਾਂ ਦੀ ਵਰਤੋਂ। ਅਗਲਾ ਪ੍ਰਸ਼ਨ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਅੰਕਾਂ ਦੀ ਕਿਸਮ ਅਤੇ ਉਪਯੋਗਤਾ ਨਹੀਂ ਹੈ? ਤੀਸਰਾ ਸਹੀ ਹੈ ਸਜਾਵਟੀ ਅੰਕ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਹੁਣ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਗਲਾ ਪ੍ਰਸ਼ਨ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਅੰਕਾਂ ਦੀ ਸਮਝ ਦੇ ਅਧੀਨ ਵਿਕਸਿਤ ਕਰਨ ਲਈ ਮੁੱਖ ਹੁਨਰ ਨਹੀਂ ਹੈ? ਤੀਸਰਾ ਅੰਕਾਂ ਦੇ ਨਾਵਾਂ ਨੂੰ ਬੋਲਣਾ। ਅਗਲਾ ਪ੍ਰਸ਼ਨ ਸੀਮਾ ਕੋਲ 12 ਗੁਲਾਬ ਹਨ, ਸਿਫਾ ਕੋਲ 15 ਗੁਲਾਬ ਹਨ, ਕਿਸ ਕੋਲ ਜ਼ਿਆਦਾ ਹੈ ਅਤੇ ਕਿੰਨੇ? ਉੱਪਰ ਦਿੱਤੇ ਗਏ ਸਵਾਲ ਵਿੱਚ ਘਟਾਓ ਦੀ ਕਿਹੜੀ ਧਾਰਨਾ ਦੀ ਵਰਤੋਂ ਕੀਤੀ ਗਈ ਹੈ? ਸਹੀ ਉੱਤਰ ਹੈ ਪਹਿਲਾ ਤੁਲਨਾ ਕਰਨਾ। ਅਗਲਾ ਪ੍ਰਸ਼ਨ ਸਿਫਰ ਦੀ ਧਾਰਨਾ ਨੂੰ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਕਾਰਜਾਂ ਰਾਹੀਂ ਸਭ ਤੋਂ ਵਧੀਆ ਢੰਗ ਨਾਲ ਦੱਸਿਆ ਜਾ ਸਕਦਾ ਹੈ? ਪਹਿਲੇ ਸਹੀ ਹੈ ਘਟਾਓ। ਅਗਲਾ ਪ੍ਰਸ਼ਨ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਗੁਣਾਂ ਨੂੰ ਸਿੱਖਣ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ? ਤੀਸਰਾ ਗੁਣਾਂ ਨੂੰ ਕਿੰਨੇ ਵਾਰ ਪਤਾ ਕਰਨ ਵਜੋਂ ਸਮਝਣਾ। ਅਗਲਾ ਪ੍ਰਸ਼ਨ ਮਜ਼ਬੂਤ FLN ਨੂੰ ਯਕੀਨੀ ਬਣਾਉਣ ਲਈ ਬੱਚਿਆਂ ਦਾ ਮੁਲਾਂਕਣ ਡੈਸ਼ ਕੀਤਾ ਜਾਣਾ ਚਾਹੀਦਾ ਹੈ। ਚੌਥਾ ਨਿਰਣਾਤਮਕ ਅਨੁਕੂਲ ਤਰੀਕਿਆਂ ਰਾਹੀਂ। ਅਗਲਾ ਪ੍ਰਸ਼ਨ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਗਣਿਤਕ ਪ੍ਰਕਿਰਿਆ ਨਹੀਂ ਹੈ? ਤੀਸਰਾ ਰੱਟਾ ਲਾ ਕੇ ਯਾਦ ਕਰਨਾ। ਅੰਕਾਂ ਨੂੰ ਸਿਖਾਉਣ ਲਈ ਸਹੀ ਕ੍ਰਮ ਕੀ ਹੈ? ਪਹਿਲਾ ਗਿਣਤੀ ਦੇ ਮੌਕੇ, ਫਿਰ 4 ਨੰਬਰ 'ਤੇ ਅੰਕਾਂ ਦੀ ਸਮਝ ਦਾ ਵਿਕਾਸ ਕਰਨਾ, ਫਿਰ ਤੀਸਰਾ ਅੰਕ ਪੜ੍ਹਨਾ, ਫਿਰ ਦੂਸਰਾ ਅੰਕ ਲਿਖਣਾ। ਇਸ ਤਰ੍ਹਾਂ 1 4 3 2 ਚੌਥੇ ਵਾਲਾ ਸਹੀ ਹੈ। ਅਗਲਾ ਪ੍ਰਸ਼ਨ ਅਸੀਂ ਕਿੰਨੀ ਵਾਰ 4 ਨੂੰ ਜੋੜੀਏ ਕਿ ਉੱਤਰ 16 ਆਵੇ? ਪਹਿਲੇ ਸਹੀ ਹੈ 4 ਵਾਰ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜੋੜ ਅਤੇ ਘਟਾਓ ਨਾਲ ਸੰਬੰਧਿਤ ਸਵਾਲਾਂ ਵਿੱਚ ਸ਼ਾਮਲ ਨਹੀਂ ਹੈ? ਚੌਥਾ ਵਸਤੂਆਂ ਨੂੰ ਸ਼੍ਰੇਣੀਬੱਧ ਕਰਨਾ। ਹੇਠਾਂ ਦਿੱਤਿਆਂ ਵਿੱਚੋਂ ਕਿਸ ਵਿੱਚ ਕਿਸੇ ਨਿਯਮ ਦੇ ਮੁਤਾਬਕ ਵਸਤੂਆਂ ਦੇ ਸਮੂਹ ਨੂੰ ਕ੍ਰਮ ਵਿੱਚ ਕਰਨਾ ਸ਼ਾਮਲ ਨਹੀਂ ਹੈ? ਚੌਥਾ ਸ਼੍ਰੇਣੀਬੱਧਤਾ। ਗਿਣਤਕ ਚਿੰਨ੍ਹਾਂ, ਨਿਸ਼ਾਨੀਆਂ, ਚਿੱਤਰਾਂ, ਗ੍ਰਾਫਾਂ ਰਾਹੀਂ ਵਿਅਕਤੀਆਂ ਵਿਚਾਲੇ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਪਹਿਲੇ ਸਹੀ ਹੈ ਗਣਿਤਕ ਸੰਚਾਰ। ਬੱਚਿਆਂ ਵਿੱਚ ਆਲੇ ਦੁਆਲੇ ਵਿਕਸਿਤ ਕਰਨ ਲਈ ਹੇਠਾਂ ਦਿੱਤੀਆਂ ਗਤੀਵਿਧੀਆਂ ਵਿੱਚੋਂ ਕਿਹੜੀ ਸਭ ਤੋਂ ਵਧੀਆ ਹੈ? ਪਹਿਲਾ ਕਿਸੇ ਬੋਤਲ ਦੇ ਸਾਹਮਣੇ ਵਾਲਾ ਪਾਸਾ ਬਣਾਉਣਾ। ਅਗਲਾ ਪ੍ਰਸ਼ਨ ਗਿਣਤੀ ਦੀ ਪ੍ਰਕਿਰਿਆ ਦੌਰਾਨ ਬੱਚਾ। ਦੂਸਰਾ ਅੰਕਾਂ ਦੇ ਨਾਵਾਂ ਨੂੰ ਨਹੀਂ ਲਿਖਦਾ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਗਣਿਤ ਨੂੰ ਸਿੱਖਣ ਦੇ ਮੁਲਾਂਕਣ ਦਾ ਪੈਮਾਨਾ ਨਹੀਂ ਹੈ? ਪਹਿਲਾ ਸਹੀ ਹੈ ਗਣਿਤ ਪ੍ਰਤੀ ਰੁਝਾਨ। ਸਬਮਿਟ ਕੀਤੇ ਤੋਂ ਟੋਟਲ ਕੁਐਸਚਨ 40 ਅਤੇ ਆਨਸਰ ਵੀ 40 ਦਿੱਤੇ ਹੈ, ਸਕਿਪ 0 ਹੈ। ਦੇਖਦੇ ਹਾਂ ਕਿੰਨੇ ਸਹੀ ਹਨ। 40 ਦੇ ਵਿੱਚੋਂ 39 ਸਕੋਰ ਹੈ। ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।